क्लाइमेट क्राइसिस, जलवायु परिवर्तन, हार्डली वी पंजाबीज टॉक अबाउट दिस। अपने पंजाब दे कोल कोई ऐसी पार्टी नहीं है जिहड़ी ग्रीन पार्टी होवे, जिहड़ी वातावरण नूं अपना बेसिक प्राइमरी मुद्दा रखे। ਅੱਜ ਕਲਾਈਮੇਟ ਕ੍ਰਾਈਸਿਸ ਇੱਥੋਂ ਤੱਕ ਵੱਧ ਗਿਆ ਕਿ ਆਪਾਂ ਨੂੰ ਇਫੈਕਟ ਕਰ ਰਿਹਾ। ਕਿੱਦਾਂ ਇਫੈਕਟ ਕਰ ਰਿਹਾ ਕਿ ਆਪਣੀ ਕਣਕ ਦਾ ਝਾੜ ਅੱਧਾ ਰਹਿ ਗਿਆ, ਆਪਣੀ ਕਮਾਈ ਅੱਧੀ ਰਹਿ ਗਈ, ਆਪਣੇ ਕਿਸਾਨ ਹੋਰ ਕਰਜ਼ਾਈ ਹੋ ਗਏ। ਔਰ ਇਹਦਾ ਸੋਲ ਕਾਰਨ ਇਹ ਹੈ ਕਲਾਈਮੇਟ ਕ੍ਰਾਈਸਿਸ, ਜਿਹੜੀ ਮਾਰਚ ਮਹੀਨੇ ਦੇ ਵਿੱਚ ਟੂ ਮੱਚ ਹੀਟ, ਜਿਹੜੀ ਹੀਟ ਵੇਵ ਪ੍ਰੋਡਿਊਸ ਹੋਈ ਆ, ਬਹੁਤ ਗਰਮੀ ਵਧੀ ਆ, 40 ਡਿਗਰੀ ਤੱਕ ਟੈਂਪਰੇਚਰ ਪਹੁੰਚ ਗਿਆ ਐਂਡ ਬਾਰਿਸ਼ਾਂ ਨਹੀਂ ਹੋਈਆਂ ਮਾਰਚ ਮਹੀਨੇ ਦੀਆਂ। ਇਹ ਕਾਰਨ ਹੈ। ਇਹ ਸਾਰੇ ਦੇ ਸਾਰੇ ਇਹਨੂੰ ਆਪਾਂ ਸਮ ਅਪ ਕਰ ਸਕਦੇ ਹਾਂ ਕਲਾਈਮੇਟ ਕ੍ਰਾਈਸਿਸ ਦੇ ਵਿੱਚ। ਵੈਲਕਮ ਬੈਕ, ਮੈਂ ਮਨਵੀਰ ਕੌਰ। ਅੱਜ ਦੀ ਵੀਡੀਓ ਮੈਂ ਉਸ ਟੌਪਿਕ ਤੇ ਬਣਾ ਰਹੀ ਹਾਂ, ਕਲਾਈਮੇਟ ਕ੍ਰਾਈਸਿਸ, ਜਿਹਦੇ ਬਾਰੇ ਹਾਰਡਲੀ ਵੀ ਟਾਕ ਅਬਾਊਟ। ਮੈਂ ਪਹਿਲਾਂ ਕਹਿ ਚੁੱਕੀ ਹਾਂ, ਬਟ ਆਪਾਂ ਨੂੰ ਇਹ ਵੀਡੀਓ ਸੁਣਨੀ ਚਾਹੀਦੀ ਹੈ। ਬੜੀ ਛੋਟੀ ਜਿਹੀ ਵੀਡੀਓ ਹੈ, ਇਹਦੇ 'ਚ ਆਪਾਂ ਐਕਸਪਲੇਨ ਕਰਾਂਗੇ ਦੋ ਸਵਾਲ ਕਿ ਇਸ ਕਲਾਈਮੇਟ ਕ੍ਰਾਈਸਿਸ ਦੇ ਜਿਹੜੀ ਮਾਰਚ ਦੇ ਵਿੱਚ ਹੀਟ ਵੇਵ ਵਧੀ ਹੈ, ਗਰਮੀ ਵਧੀ ਹੈ, ਇਹਦਾ ਆਪਾਂ ਨੂੰ ਨੁਕਸਾਨ ਕੀ ਹੈ, ਔਰ ਦੂਸਰੀ ਗੱਲ ਇਹ ਹੋ ਕਿਉਂ ਰਿਹਾ ਹੈ। ਇਹਨਾਂ ਦੋਨਾਂ ਸਵਾਲਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲਣਗੇ। ਜਦੋਂ ਟੈਂਪਰੇਚਰ ਨਾਰਮਲ ਦੇ ਨਾਲੋਂ 5 ਜਾਂ 6 ਡਿਗਰੀ ਸੈਲਸੀਅਸ ਜ਼ਿਆਦਾ ਹੋ ਜਾਵੇ ਆਪਣੇ ਪਲੇਨ ਏਰੀਆਜ਼ ਦੇ ਵਿੱਚ, ਤਾਂ ਉਹਨੂੰ ਹੀਟ ਵੇਵ ਕਹਿ ਦਿੱਤਾ ਜਾਂਦਾ ਮਟੀਰੀਓਲੋਜੀਕਲ ਮੌਸਮ ਵਿਭਾਗ ਵੱਲੋਂ। ਹੀਟ ਵੇਵ ਆਪਣੇ ਪੰਜਾਬ 'ਚ ਅੱਜ ਵੀ ਚੱਲ ਰਹੀ ਹੈ ਔਰ ਆਉਣ ਵਾਲੇ 1-2 ਦਿਨਾਂ ਤੱਕ ਡਿਪਾਰਟਮੈਂਟ ਦਾ ਕਹਿਣਾ ਕਿ ਇਹ ਚੱਲੇਗੀ। ਹੀਟ ਵੇਵ ਦਾ ਨੁਕਸਾਨ ਕੀ ਨੇ? ਸਭ ਤੋਂ ਪਹਿਲਾਂ ਉਹਦਾ ਨੁਕਸਾਨ ਆਪਣੀ ਸਿਹਤ 'ਤੇ ਵੀ ਹੁੰਦਾ ਹੈ, ਮਨੁੱਖੀ ਸਿਹਤ ਨੂੰ ਵੀ ਇਹਦਾ ਨੁਕਸਾਨ ਹੈ। ਹੀਟ ਵੇਵ ਤੋਂ ਸ਼ੌਕ ਇੱਕ ਸਰੀਰ ਦੇ ਵਿੱਚ ਆਉਂਦੇ ਆ। ਜਿਹੜੇ ਲੋਕ ਜ਼ਿਆਦਾ ਧੁੱਪ ਦੇ ਵਿੱਚ ਬਾਹਰ ਕੰਮ ਕਰਦੇ ਆ, ਡੀਹਾਈਡਰੇਸ਼ਨ ਤਾਂ ਇੱਕ ਬੇਸਿਕ ਜਿਹਾ ਆ ਜਿਹਦੇ ਤੋਂ ਸਾਰੇ ਲੋਕ ਇਫੈਕਟ ਹੁੰਦੇ ਆ। ਪਰ ਇਹਦਾ ਜੋ ਅੱਜ ਇਫੈਕਟ ਆਪਾਂ ਨੂੰ ਦੇਖਣ ਨੂੰ ਮਿਲਿਆ, ਉਹ ਮਿਲਿਆ ਆਪਣੀ ਖੇਤੀਬਾੜੀ ਦੇ ਉੱਤੇ, ਆਪਣੀ ਪ੍ਰੋਡਕਸ਼ਨ ਔਰ ਪੈਦਾਵਾਰ 'ਤੇ ਬਹੁਤ ਵੱਡਾ ਫਰਕ ਪਾਇਆ ਇਹਨੇ। ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਵੈਸੇ ਤਾਂ ਆਲ ਓਵਰ ਇੰਡੀਆ ਹੀ ਐਵੇਂ ਹੋਇਆ, ਪਰ ਪੰਜਾਬ ਦੀ ਗੱਲ ਕਰੀਏ ਤਾਂ ਆਪਣੀ ਕਣਕ ਦਾ ਝਾੜ ਆਲਮੋਸਟ ਅੱਧਾ ਰਹਿ ਗਿਆ। ਕਿਸਾਨਾਂ ਦਾ ਸਿੱਧਾ ਇਹੀ ਕਹਿਣਾ ਇਹ ਹੈ ਕਿ ਉਹਨਾਂ ਦੀ ਜੋ ਵੀ ਐਕਸਪੈਕਟੇਸ਼ਨ ਜਾਂ ਜੋ ਵੀ ਉਹਨਾਂ ਦਾ ਪਹਿਲਾ ਝਾੜ ਨਿਕਲਦਾ ਸੀ, ਉਹਦੇ ਤੋਂ ਅੱਧਾ ਰਹਿ ਚੁੱਕਾ ਹੈ। ਇਹਦਾ ਮਤਲਬ ਸਿੱਧਾ ਇਹ ਹੋ ਗਿਆ ਕਿ ਉਹਨਾਂ ਦੀ ਪੈਦਾਵਾਰ ਵੀ ਘਟੀ, ਉਹਨਾਂ ਦੀ ਆਮਦਨ ਵੀ ਘਟੀ। ਕਈ ਕਿਸਾਨਾਂ ਨੇ ਕਿਹਾ ਕਿ ਉਹਨਾਂ ਦੇ ਜੋ ਖਰਚੇ ਉਹਨਾਂ ਨੇ ਫਸਲ ਬੀਜਣ ਲਈ ਕਰੇ ਸੀ, ਉਹ ਖਰਚੇ ਵੀ ਪੂਰੇ ਨਹੀਂ ਹੋਏ, ਜਿਹਦੇ ਨਾਲ ਆਪਾਂ ਸਿੱਧਾ ਹਿਸਾਬ ਲਾ ਸਕਦੇ ਹਾਂ ਕਿ ਉਹ ਕਿਸਾਨ ਜਿਹੜਾ ਉਹ ਕਰਜ਼ਾਈ ਹੋਏਗਾ, ਕਿਸਾਨਾਂ ਦੇ ਸਿਰ ਤੇ ਕਰਜ਼ਾ ਹੋਰ ਵਧੇਗਾ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਪਿਛਲੇ ਸਾਲ 132 ਲੱਖ ਮੈਟ੍ਰਿਕ ਟਨ ਜਿਹੜੀ ਆ ਉਹ ਕਣਕ ਆਈ ਸੀ। ਇਸ ਵਾਰੀ ਪੰਜਾਬ ਸਰਕਾਰ ਨੂੰ ਉਮੀਦ ਸੀ ਕਿ 130 ਲੱਖ ਮੈਟ੍ਰਿਕ ਟਨ ਕਣਕ ਆਏਗੀ, ਪਰ ਆਪਣੀਆਂ ਮੰਡੀਆਂ ਦੇ ਵਿੱਚ ਹਾਰਡਲੀ 100 ਲੱਖ ਮੈਟ੍ਰਿਕ ਟਨ ਕਣਕ ਆਈ। ਸੋ ਸਿੱਧਾ ਹੀ ਪੰਜਾਬ ਸਰਕਾਰ ਦੇ ਕੋਲ 30 ਲੱਖ ਮੈਟ੍ਰਿਕ ਟਨ ਦਾ ਕਣਕ ਦਾ ਘੱਟ ਆਇਆ। ਇਹਦਾ ਮਤਲਬ ਕਿ ਜਿਹੜੀ ਆਪਣੀ ਪੰਜਾਬ ਦੀ ਸਰਕਾਰ ਸੈਂਟਰ ਦੇ ਪੂਲ ਦੇ ਵਿੱਚ ਕਣਕ ਐਕਸਪੋਰਟ ਕਰਦੀ ਆ, ਆਪਾਂ ਸੈਂਟਰ ਦੇ ਪੂਲ ਦੇ ਵਿੱਚ ਆਪਣੀ ਕਣਕ ਦਿੰਨੇ ਆ, ਇਹਦਾ ਮਤਲਬ ਪੰਜਾਬ ਸਰਕਾਰ ਇਸ ਵਾਰੀ ਪੰਜਾਬ ਸਰਕਾਰ ਦੀ ਵੀ ਆਮਦਨ ਘਟੇਗੀ, ਕਿਉਂਕਿ 30 ਲੱਖ ਮੈਟ੍ਰਿਕ ਟਨ ਕਣਕ ਦਾ ਘਾਟਾ ਬਹੁਤ ਵੱਡਾ ਹੁੰਦਾ ਹੈ। ਮਾਰਚ ਮਹੀਨੇ ਦੇ ਵਿੱਚ ਗਰਮੀ ਵਧਣ ਦੇ ਨਾਲ ਕਣਕ ਦਾ ਦਾਣਾ ਜਿਹੜਾ ਸੀ ਉਹ ਜਲਦੀ ਮੈਚਿਓਰ ਹੋ ਗਿਆ। ਦੂਸਰੀ ਚੀਜ਼, ਬਾਰਿਸ਼ ਨਾ ਹੋਣ ਕਰਕੇ ਮੋਇਸਚਰ ਦੀ ਕਮੀ ਸੀ। ਤੀਸਰੀ ਚੀਜ਼, ਸੁੱਕੀਆਂ ਜਾਂ ਆਪਾਂ ਕਹਿ ਸਕਦੇ ਹਾਂ ਡਰਾਈ ਹਵਾਵਾਂ ਚੱਲ ਰਹੀਆਂ ਸੀ, ਜਿਹਦੇ ਨਾਲ ਸੋਕੇ ਟਾਈਪ ਸਿਚੁਏਸ਼ਨ ਜਿਹੜੀ ਸੀ ਉਹ ਮੋਇਸਚਰ ਲੈਸ ਹੋਣ ਕਰਕੇ ਮਿੱਟੀ ਦੇ ਵਿੱਚ ਸੀ, ਜਿਹਦੇ ਨਾਲ ਜਿਹੜਾ ਕਣਕ ਦਾ ਦਾਣਾ ਸੀ ਉਹ ਸਿकुड़ना ਨੋਰਮਲ ਸੀ। ਸੈਂਟਰ ਦੀ ਸਰਕਾਰ, ਆਪਣੀ ਦਿੱਲੀ ਸਰਕਾਰ ਨੇ ਸੋਚਿਆ ਸੀ ਕਿ ਯੂਕਰੇਨ ਰਸ਼ੀਆ ਕਨਫਲਿਕਟ ਕਰਕੇ ਜਿਹੜੀ ਕਣਕ ਦੀ ਡਿਮਾਂਡ ਸੀ ਉਹ ਬਹੁਤ ਜ਼ਿਆਦਾ ਸੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ। ਕਈ ਦੇਸ਼ ਭਾਰਤ ਤੋਂ ਉਮੀਦ ਲਾਈ ਬੈਠੇ ਸੀ, ਪਰ ਇਸ ਵਾਰੀ ਕਲਾਈਮੇਟ ਕ੍ਰਾਈਸਿਸ ਕਰਕੇ, ਜਲਵਾਯੂ ਪਰਿਵਰਤਨ ਕਰਕੇ ਆਪਣੀ ਆਲ ਓਵਰ ਇੰਡੀਆ ਹੀ ਕਣਕ ਦੀ ਪੈਦਾਵਾਰ ਪਹਿਲਾਂ ਦੇ ਨਾਲੋਂ ਕਈ ਮਿਲੀਅਨ ਟਨ ਤੱਕ ਘੱਟ ਹੋਈ ਆ। ਸੋ ਇੱਕ ਤਰ੍ਹਾਂ ਦੇ ਨਾਲ ਸਰਕਾਰਾਂ ਨੂੰ ਵੀ ਬਹੁਤ ਵੱਡਾ ਘਾਟਾ ਹੈ। ਨਾਲ ਹੀ ਜ਼ਿਆਦਾ ਟੈਂਪਰੇਚਰ ਵਧਣ ਦੇ ਨਾਲ ਜੰਗਲਾਂ ਦੇ ਵਿੱਚ ਅੱਗ ਲੱਗਣ ਦਾ ਖਤਰਾ ਬਹੁਤ ਜ਼ਿਆਦਾ ਵਧ ਜਾਂਦਾ। ਫੋਰੈਸਟ ਫਾਇਰਸ ਹੁੰਦੀਆਂ ਨੇ ਦਿੱਲੀ ਦੇ ਵਿੱਚ, ਜਿਹੜੇ ਉਹ ਕੂੜੇ ਦੇ ਢੇਰ ਨੇ, ਜਿਹੜੇ ਕੂੜੇ ਦੇ ਪਰਬਤ ਹੈ, ਉਹਨਾਂ ਦੇ ਉੱਤੇ ਇਸ ਵਾਰੀ ਅੱਗ ਅੱਜ ਦੇ ਦਿਨ ਦੇ ਵਿੱਚ ਵੀ ਲੱਗੀ ਹੋਈ ਹੈ, ਜਿਹਦੇ ਤੇ ਕਾਬੂ ਪਾਉਣਾ ਇੱਕ ਸਿਰਦਰਦੀ ਹੁੰਦਾ ਪ੍ਰਸ਼ਾਸਨ ਦੀ, ਪਲੱਸ ਉੱਥੇ ਦੇ ਲੋਕਾਂ ਨੂੰ ਉਸ ਧੂਏ ਤੋਂ ਬਹੁਤ ਨੁਕਸਾਨ ਹੁੰਦਾ। ਇਹਦਾ ਸੋਲ ਕਾਰਨ ਇਹੀ ਦੱਸਿਆ ਜਾ ਰਿਹਾ ਡਿਪਾਰਟਮੈਂਟ ਵੱਲੋਂ ਕਿ ਗਰਮੀ ਵਧਣ ਦੇ ਨਾਲ ਐਵੇਂ ਹੋ ਰਿਹਾ। ਅਗਰ ਇਨਸਾਨਾਂ ਨੂੰ, ਫਸਲਾਂ ਨੂੰ, ਆਪਾਂ ਨੂੰ ਨੁਕਸਾਨ ਹੈ, ਤਾਂ ਐਟ ਦ ਸੇਮ ਟਾਈਮ ਜਿਹੜੇ ਪੰਛੀ ਨੇ, ਜਾਨਵਰ ਹੈ, ਉਹਨਾਂ ਨੂੰ ਵੀ ਇਸ ਚੀਜ਼ ਦਾ ਬਹੁਤ ਨੁਕਸਾਨ ਹੈ। ਆਪਣੀਆਂ ਕਈ ਇੱਦਾਂ ਦੀਆਂ ਪ੍ਰਜਾਤੀਆਂ ਨੇ ਜਿਹੜੀਆਂ ਇਸ ਗਰਮੀ ਨੂੰ ਟੋਲਰੇਟ ਨਹੀਂ ਕਰ ਪਾ ਰਹੀਆਂ, ਔਰ ਹੋ ਸਕਦਾ ਕਿ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਉਹ ਐਕਸਟਿੰਕਟ ਹੋ ਜਾਣ, ਆਪਾਂ ਨੂੰ ਦੇਖਣ ਨੂੰ ਨਾ ਮਿਲਣ। ਗਰਮੀ ਵਧਣ ਦੇ ਨਾਲ ਬਿਜਲੀ ਦੀ ਮੰਗ ਜਿਹੜੀ ਉਹ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਪੰਜਾਬ ਦੇ ਵਿੱਚ ਵੀ ਇਸ ਮਾਰਚ ਮਹੀਨੇ ਦੇ ਵਿੱਚ ਹੀ ਬਿਜਲੀ ਦੀ ਮੰਗ ਵੱਧ ਚੁੱਕੀ ਆ ਆਲਮੋਸਟ ਬਾਈ 50%। ਸੋ ਇੱਕ ਇੰਡੀਕੇਸ਼ਨ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ
ਇਸ ਤੋਂ ਵੀ ਜ਼ਿਆਦਾ ਗਰਮੀ ਜੂਨ ਦੇ ਮਹੀਨੇ ਦੇ ਵਿੱਚ ਜਾਂ ਅਗਲੇ ਮਹੀਨੇ ਪੈ ਸਕਦੀ ਹੈ। ਉਹਦੇ ਵਿੱਚ ਆਪਾਂ ਨੂੰ ਇਸ ਤੋਂ ਵੀ ਵੱਧ ਡਿਮਾਂਡ ਹੋਏਗੀ ਬਿਜਲੀ ਦੀ। ਪਰ ਆਪਣੇ ਭਾਰਤ ਦੇ ਵਿੱਚ ਆਪਾਂ ਜਾਣਦੇ ਹਾਂ ਕੋਲਾ ਸੰਕਟ ਚੱਲ ਰਿਹਾ, ਔਰ ਪੰਜਾਬ ਦੇ ਵਿੱਚ ਸਾਰੀ ਬਿਜਲੀ ਪ੍ਰਾਈਵੇਟ ਹੱਥਾਂ ਦੇ ਵਿੱਚ ਆ, ਸਰਕਾਰ ਦੇ ਹੱਥਾਂ ਦੇ ਵਿੱਚ ਕੋਈ ਖਾਸ ਪ੍ਰੋਡਕਸ਼ਨ ਨਹੀਂ ਹੈ। ਔਰ ਉਹਨਾਂ ਪ੍ਰਾਈਵੇਟ ਥਰਮਲ ਪਲਾਂਟਸ ਦੀ ਆਪਣੀ ਇੱਕ ਤਰ੍ਹਾਂ ਦੀ ਮਰਜ਼ੀ ਹੈ, ਅਗਰ ਉਹ ਬਿਜਲੀ ਨਾ ਵੀ ਦੇਣ ਤਾਂ ਵੀ ਸਰਕਾਰ ਉਹਨਾਂ 'ਤੇ ਕਿਸੇ ਤਰ੍ਹਾਂ ਦਾ ਕਾਰਵਾਈ ਨਹੀਂ ਕਰ ਸਕਦੀ, ਕੋਈ ਜੁਰਮਾਨਾ ਨਹੀਂ ਠੋਪ ਸਕਦੀ। ਰਾਦਰ ਸਰਕਾਰ ਨੂੰ ਉਹਨਾਂ ਨੂੰ ਇੱਕ ਫਿਕਸਡ ਚਾਰਜਸ ਜਿਹੜੇ ਉਹ ਦੇਣੇ ਹੀ ਪੈਂਦੇ ਆ। ਸੋ ਹੁਣ ਵੀ ਤੁਸੀਂ ਖਬਰਾਂ 'ਚ ਬੜੀ ਵਾਰੀ ਪੜ੍ਹਿਆ ਹੋਏਗਾ, ਈਵਨ ਅੱਜ ਔਰ ਕੱਲ੍ਹ ਦੇ ਵਿੱਚ ਵੀ, ਕਿ ਕਈ ਯੂਨਿਟ ਜਿਹੜੇ ਆ ਆਪਣੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਖਰਾਬ ਹੋ ਜਾਂਦੇ ਆ, ਜਿਹੜੇ ਬਹੁਤ ਵੱਡੀ ਪ੍ਰੋਬਲਮ ਆ, ਬਹੁਤ ਵੱਡੀ ਸਿਰਦਰਦੀ ਆ ਆਮ ਲੋਕਾਂ ਦੇ ਲਈ ਵੀ ਔਰ ਆਪਣੀ ਗਵਰਨਮੈਂਟ ਦੇ ਲਈ ਵੀ। ਸਾਲ 1901 ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਇੰਨਾ ਟੈਂਪਰੇਚਰ 40 ਡਿਗਰੀ ਸੈਲਸੀਅਸ ਤੱਕ ਰਿਕਾਰਡ ਕੀਤਾ ਗਿਆ ਸੀ। ਸੋ 122 ਸਾਲਾਂ ਬਾਅਦ ਦੁਬਾਰਾ ਇਹ ਫਿਨੋਮੀਨਾ ਰਿਪੀਟ ਕਰ ਰਿਹਾ ਕਿ ਅੱਜ ਫਿਰ ਮਾਰਚ ਦੇ ਵਿੱਚ ਇੰਨੀ ਗਰਮੀ ਹੈ ਔਰ ਡਰਾਈ ਮਾਰਚ ਹੈ, ਇੱਥੇ ਬਾਰਿਸ਼ਾਂ ਨਹੀਂ ਹੋ ਰਹੀਆਂ। ਇਹਦਾ ਮੇਨ ਕਾਰਨ ਕੀ ਹੈ? ਕਾਰਨ ਇਹਦਾ ਹੈ ਕਲਾਈਮੇਟ ਕ੍ਰਾਈਸਿਸ, ਗਲੋਬਲ ਵਾਰਮਿੰਗ, ਜੋ ਆਪਾਂ ਬਹੁਤ ਜ਼ਿਆਦਾ ਸੁਣਿਆ ਹੈ, ਪਰ ਇਹਨੂੰ ਆਪਾਂ ਬਹੁਤ ਸਿੰਪਲ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਿਹੜੀ ਸਾਰੀ ਪ੍ਰੋਬਲਮ ਅਰਾਈਜ਼ ਹੋਈ ਆ, ਇਹ ਹੋਈ ਹੈ ਕਿਉਂਕਿ ਹਵਾਵਾਂ ਦਾ ਜਿਹੜਾ ਵਹਿਣ ਦਾ ਪੈਟਰਨ ਸੀ ਉਹਦੇ ਵਿੱਚ ਡਿਸਟਰਬੈਂਸ ਆਏ ਆ। ਉਹ ਡਿਸਟਰਬੈਂਸਿਸ ਕਿਉਂ ਆਈਆਂ? ਕਿਉਂਕਿ ਜਿਹੜਾ ਟੈਂਪਰੇਚਰ ਆ, ਤਾਪਮਾਨ ਆ, ਗਲੋਬਲ ਵਾਰਮਿੰਗ ਦੇ ਨਾਲ ਬਹੁਤ ਜ਼ਿਆਦਾ ਵਧਿਆ ਆਲ ਓਵਰ ਦਾ ਗਲੋਬ। ਅਗਰ ਆਪਾਂ ਧਰਤੀ ਦੇ ਦੋ ਪੋਲਸ ਦੀ ਗੱਲ ਕਰੀਏ ਤਾਂ ਆਰਕਟਿਕ ਐਂਡ ਅੰਟਾਰਕਟਿਕ, ਉੱਥੇ ਵੀ ਆਪਾਂ ਅੰਟਾਰਕਟਿਕਾ ਨੂੰ ਜਾਣਦੇ ਹਾਂ ਕਿ ਉੱਥੇ ਟੋਟਲੀ ਬਰਫ਼ ਹੈ, ਗਲੇਸ਼ੀਅਰਸ ਹੈ, ਉੱਥੇ ਵੀ ਗਰਮੀ ਵਧੀ ਹੈ। ਪਹਿਲਾਂ ਅੰਟਾਰਕਟਿਕਾ ਦਾ ਟੈਂਪਰੇਚਰ -40 ਤੋਂ -50 ਡਿਗਰੀ ਸੈਲਸੀਅਸ ਹੁੰਦਾ ਸੀ, ਪਰ ਉੱਥੇ ਹੁਣ ਟੈਂਪਰੇਚਰ ਕਾਫੀ ਵੱਧ ਗਿਆ ਹੈ। ਪਿਛਲੇ ਸਾਲਾਂ ਦੇ ਮੁਕਾਬਲੇ -18 ਤੋਂ -20 ਡਿਗਰੀ ਸੈਲਸੀਅਸ ਤੱਕ ਟੈਂਪਰੇਚਰ ਵਧਿਆ। ਬੇਸਿਕਲੀ ਇੱਥੇ ਇੱਕ ਫਿਨੋਮੀਨਾ ਆ ਜਿਹਦਾ ਨਾਮ ਆ ਲਾ ਨੀਨਾ ਇਫੈਕਟ। ਇਹ ਅਗਰ ਮੈਂ ਸਮਝਾਵਾਂ ਤਾਂ ਬਹੁਤ ਸਾਇੰਟੀਫਿਕ ਹੋ ਜਾਏਗਾ, ਔਰ ਮੈਂ ਵੀ ਇਸ ਚੀਜ਼ ਦੇ ਵਿੱਚ ਇੰਨੀ ਐਕਸਪਰਟ ਨਹੀਂ ਹਾਂ ਕਿ ਮੈਨੂੰ ਸਮਝਾ ਸਕਾਂ, ਪਰ ਆਪਾਂ ਇਹਨੂੰ ਤੋੜ ਕੇ 3 ਭਾਗਾਂ 'ਚ ਡਿਵਾਈਡ ਕਰ ਸਕਦੇ ਹਾਂ। ਪਹਿਲੀ ਚੀਜ਼ ਹੈ ਸਾਊਦਰਨ ਵਿੰਡਸ, ਜਿਹੜਾ ਆਪਣੇ ਇੰਡੀਆ ਦੇ ਨਾਲ ਲੱਗਦੇ ਓਸ਼ਨ ਹੈ, ਉਹਨਾਂ ਦੇ ਵਿੱਚੋਂ ਜਿਹੜੀਆਂ ਹਵਾਵਾਂ ਆ ਰਹੀਆਂ ਨੇ ਉਹ ਟਰੈਪ ਹੋ ਚੁੱਕੀਆਂ ਨੇ। ਉਹ ਟਰੈਪ ਕਿਉਂ ਹੋਈਆਂ ਨੇ? ਕਿਉਂਕਿ ਦੂਸਰੇ ਪਾਸੇ ਤੋਂ ਵੈਸਟਰਨ ਸਾਈਡ ਤੋਂ ਜਿਹੜੀਆਂ ਠੰਡੀਆਂ ਹਵਾਵਾਂ ਆਉਣੀਆਂ ਸੀ ਉਹ ਨਹੀਂ ਆਈਆਂ, ਜਿਹਦੇ ਨਾਲ ਗਰਮ ਹਵਾ ਇੱਕ ਸਾਈਕਲੋਨ ਬਣਾ ਕੇ ਇੱਕ ਪਾਰਟਿਕੂਲਰ ਰੀਜਨ ਦੇ ਉੱਪਰ ਘੁੰਮੀ ਜਾ ਰਹੀ ਹੈ, ਜਿਹਦੇ ਨਾਲ ਜਿਹੜੇ ਮੌਨਸੂਨ ਆਉਣੇ ਚਾਹੀਦੇ ਸੀ, ਪ੍ਰੀ ਮੌਨਸੂਨ ਜਿਹੜੀਆਂ ਬਾਰਿਸ਼ਾਂ ਹੋਣੀਆਂ ਚਾਹੀਦੀਆਂ ਸੀ, ਉਹ ਨਹੀਂ ਹੋਈਆਂ। ਪੰਜਾਬ ਦੇ ਵਿੱਚ 99% ਬਾਰਿਸ਼ ਦੀ ਕਮੀ ਆ ਮਾਰਚ ਮਹੀਨੇ ਦੀ। ਮਾਰਚ ਦੇ ਵਿੱਚ ਜਿੰਨੀ ਬਾਰਿਸ਼ ਹੋਣੀ ਚਾਹੀਦੀ ਸੀ ਉਹਦੇ ਵਿੱਚੋਂ ਸਿਰਫ 1% ਹੀ ਬਾਰਿਸ਼ ਹੋਈ ਹੈ, 99% ਬਾਰਿਸ਼ ਦੀ ਕਮੀ ਆ। ਸੋ ਇਹ ਕਿਉਂ ਹੋ ਰਿਹਾ? ਇਸ ਕਰਕੇ ਹੋ ਰਿਹਾ ਕਿਉਂਕਿ ਠੰਡੀਆਂ ਹਵਾਵਾਂ ਜੋ ਵੈਸਟਰਨ ਡਿਸਟਰਬੈਂਸਿਸ ਕਰਕੇ ਆਉਣੀਆਂ ਚਾਹੀਦੀਆਂ ਸੀ ਉਹ ਨਹੀਂ ਆਈਆਂ। ਪਲੱਸ ਜਿਹੜੇ ਸਾਊਦਰਨ ਹਵਾਵਾਂ ਨੇ, ਸਾਊਥ ਵਾਲੀ ਦਿਸ਼ਾ ਤੋਂ ਆਉਣ ਵਾਲੀਆਂ ਹਵਾਵਾਂ ਨੇ, ਪੈਸੀਫਿਕ ਓਸ਼ਨ ਦੇ ਉੱਪਰ ਵਾਲੀਆਂ, ਉਹ ਗਰਮ ਤੇ ਬਹੁਤ ਡਰਾਈ ਹਵਾਵਾਂ ਨੇ, ਜਿਹਦੇ ਕਰਕੇ ਉਹ ਇੱਕ ਸਾਈਕਲੋਨ ਬਣ ਕੇ ਇੱਕ ਪੂਰਾ ਡਰਾਈ ਐਂਡ ਹੀਟ ਵੇਵ ਦਾ ਮਾਹੌਲ ਕ੍ਰੀਏਟ ਕੀਤਾ। ਔਰ ਨਾਲ ਹੀ ਜਿਹੜੀਆਂ ਪ੍ਰੀ ਮੌਨਸੂਨ ਜਿਹੜੀਆਂ ਬਾਰਿਸ਼ਾਂ ਮਾਰਚ ਦੇ ਵਿੱਚ ਹੋਣੀਆਂ ਸੀ ਉਹ ਨਹੀਂ ਹੋਈਆਂ, ਕਿਉਂਕਿ ਉਹ ਬਾਰਿਸ਼ਸ ਜਿਹੜੀਆਂ ਵੈਸਟਰਨ ਡਿਸਟਰਬੈਂਸਿਸ ਆ ਉਹ ਆਪਣੇ ਨਾਲ ਮੋਇਸਚਰ ਲੈ ਕੇ ਆਉਂਦੀਆਂ ਨੇ ਔਰ ਉਹ ਬਾਰਿਸ਼ ਕਰਦੀਆਂ ਨੇ ਨਾਰਮਲੀ ਮਾਰਚ ਦੇ ਮਹੀਨੇ ਦੇ ਵਿੱਚ। ਪਰ ਉਹ ਵੈਸਟਰਨ ਡਿਸਟਰਬੈਂਸਿਸ ਨਾ ਆਉਣ ਦੇ ਨਾਲ ਜਿਹੜੀ ਇਹ ਆਪਣੀ ਮਾਰਚ ਹੈ ਅੱਜ ਬੇਹੱਦ ਗਰਮ ਤੇ ਬੇਹੱਦ ਸੁੱਕੀ ਹੈ। ਇਹਨਾਂ ਗੱਲਾਂ ਤੋਂ ਸਾਬਿਤ ਹੁੰਦਾ ਹੈ ਕਿ ਜੋ ਵੀ ਨੁਕਸਾਨ ਅੱਜ ਪੰਜਾਬ ਦੀ ਕਿਸਾਨੀ ਔਰ ਪੰਜਾਬ ਜਿਹੜਾ ਐਗਰੀਕਲਚਰ ਬੇਸਡ ਇਕੋਨੋਮੀ ਹੈ ਜਿਹੜਾ ਸਹਿ ਰਿਹਾ ਆ, ਉਹ ਇਹਦਾ ਕਾਰਨ ਸਿਰਫ ਇਹ ਹੈ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਹੈ। ਔਰ ਕਲਾਈਮੇਟ ਚੇਂਜ ਵੀ ਇੱਕ ਕ੍ਰਾਈਸਿਸ ਵਾਲੇ ਲੈਵਲ ਤੇ ਹੋ ਰਿਹਾ। ਜਲਵਾਯੂ ਪਰਿਵਰਤਨ ਇੱਦਾਂ ਦਾ ਹੋ ਰਿਹਾ ਜਿਹੜਾ ਆਪਣੀ ਐਗਰੀਕਲਚਰ ਦੇ ਲਈ ਔਰ ਆਪਣੇ ਲਈ ਮਾੜਾ ਹੈ। ਇਹਦੇ ਲਈ ਐਡਵਾਂਸ ਸਟੈਪ ਸਰਕਾਰਾਂ ਨੂੰ ਚੱਕਣ ਦੀ ਜ਼ਰੂਰਤ ਆ, ਉਹ ਚਾਹੇ ਸੈਂਟਰ ਦੀ ਸਰਕਾਰ ਹੋਵੇ ਚਾਹੇ ਆਪਣੇ ਸੂਬੇ ਦੀ ਸਰਕਾਰ ਹੋਵੇ। ਪਰ ਪੰਜਾਬ ਦੀ ਔਰ ਪੰਜਾਬ ਦੇ ਕਿਸਾਨਾਂ ਦੀ, ਪੰਜਾਬ ਦੇ ਲੋਕਾਂ ਦੀ ਤਰਾਸਦੀ ਇਹ ਹੈ ਕਿ ਚਾਹੇ ਕਿੱਡੀ ਵੀ ਸਰਕਾਰ ਬਦਲ ਕੇ ਆ ਜਾਏ, ਉਹਨਾਂ ਦੇ ਏਜੰਡੇ ਦੇ ਉੱਤੇ ਵਾਤਾਵਰਣ ਕਦੀ ਨਹੀਂ ਹੁੰਦਾ। ਕੋਈ ਵੀ ਪਾਰਟੀ ਇੱਦਾਂ ਦੀ ਨਹੀਂ ਹੈ ਜਿਹਨੇ ਗ੍ਰੀਨ ਮੈਨੀਫੈਸਟੋ ਆਪਣਾ ਲਾਂਚ ਕੀਤਾ ਹੋਵੇ। ਆਪਣੇ ਪੰਜਾਬ ਦੀ ਖੁਸ਼ਕਿਸਮਤੀ ਹੈ ਕਿ ਆਪਣੇ ਕੋਲ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਵਰਗੇ ਜਿਹੜੇ ਪਦਮ ਸ਼੍ਰੀ ਵਿਨਰ ਆ, ਉਹਨਾਂ ਵਰਗੇ ਲੋਕ ਹੈਗੇ ਆ ਜਿਨ੍ਹਾਂ ਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਸਰਕਾਰਾਂ ਨੂੰ ਜਗਾਉਣ ਦੀ, ਪੋਲੀਟੀਕਲ ਪਾਰਟੀਆਂ ਨੂੰ, ਸਿਆਸਤਦਾਨਾਂ ਨੂੰ ਉਹਨਾਂ ਨੇ ਹਲੂਣ ਕੇ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਗ੍ਰੀਨ ਮੈਨੀਫੈਸਟੋ ਲੈ ਕੇ ਆਓ, ਪੰਜਾਬ ਦੇ ਪਾਣੀ ਨੂੰ ਬਚਾਓ। ਹੁਣ ਜਿਹੜਾ ਇਹ ਕਲਾਈਮੇਟ ਕ੍ਰਾਈਸਿਸ ਆ, ਇਹਦੇ ਨਾਲ ਪੰਜਾਬ ਦੇ ਪਾਣੀ ਦਾ ਲੈਵਲ ਹੋਰ ਨੀਚੇ ਜਾ ਸਕਦਾ ਹੈ। ਪਰ ਆਪਣੀ ਤਰਾਸਦੀ ਅਗੇਨ ਇਹ ਹੋਈ ਹੈ ਕਿ ਆਪਣੀਆਂ ਸਰਕਾਰਾਂ ਇੰਨੀਆਂ ਐਡਵਾਂਸ ਪਤਾ ਨਹੀਂ ਕਦੋਂ ਹੋਣਗੀਆਂ ਕਿ ਕਲਾਈਮੇਟ ਕ੍ਰਾਈਸਿਸ ਨੂੰ ਲੈ ਕੇ ਸੀਰੀਅਸ ਐਕਸ਼ਨ ਕਰਨ
ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਕਿਸਾਨੀ ਨੂੰ, ਇਕਨੋਮੀ ਨੂੰ ਔਰ ਆਪਣੀ ਡਿਵੈਲਪਮੈਂਟ ਨੂੰ ਇੱਦਾਂ ਦਾ ਧੱਕਾ ਨਾ ਫੀਲ ਕਰਨਾ ਪਵੇ ਕਿ ਜਿਹੜੀ ਪੈਦਾਵਾਰ ਆ ਆਪਣੀ ਉਹ ਸਿੱਧਾ ਹੀ 50% ਘਟ ਜਾਵੇ। ਥੈਂਕ ਯੂ ਸੋ ਮਚ ਫॉर ਵਾਚਿੰਗ।